ਤੈਨੂੰ ਸਮਝ ਨਹੀਂ ਆਉਣ ਦੀ ਮੈਂ ਤੈਨੂੰ ਕੀ ਕਹਿਣ ਦਿਆਂ ਵਾਂ ਦੱਸ। ਤੇ ਕੁੜੀ ਅੱਗਿਓਂ ਆਪਣੇ ਖਸਮ ਨੂੰ, ਆਪਣੇ ਹਸਬੈਂਡ ਨੂੰ ਜਾੜਨ ਵਾਸਤੇ, ਸਾੜਨ ਵਾਸਤੇ ਕਹਿੰਦੀ ਹੈ ਵੇ ਟੁੱਟ ਪੈਣੇ ਆ, ਮੈਨੂੰ ਪਹਿਲਾਂ ਗਿਣ ਤੇ ਲੈਣ ਦੇ। ਮੈਨੂੰ ਹੁੰਦਾ ਸੀ ਕਿ ਵਿਆਹ ਤੋਂ ਬਾਅਦ ਭਾਈ ਹੁਣੀ ਮੈਨੂੰ ਲੱਭਣਗੇ ਨਹੀਂ। ਅੱਜ ਕੱਲ੍ਹ ਮੈਂ 11 ਵਜੇ ਕਹਿ ਰਿਹਾ ਹੁੰਦਾ ਤੂੰ ਜਾਂਦਾ ਨਹੀਂ ਘਰ, ਕਹਿੰਦਾ ਭਾਈ ਬਸ ਚਲੇ ਜਾਵਾਂਗੇ ਕੋਈ ਨਹੀਂ। ਇੱਕ ਵੱਡਾ ਸਾਰਾ ਜਿੰਨ ਨਾਜ਼ਲ ਹੋ ਜਾਂਦਾ। डर गई। अस्सलाम वालेकुम व्यूअर्स, कैसे हैं आप लोग? ठीक ठाक हैं, मस्ती में हैं और क्या आप अपनी हस्ती में हैं? जी इट्स अंदर इस्लाम राना, धमाल FM 94 का अंदाज वही पुराना, कहीं मत नहीं जाना क्योंकि मैंने है 9 बजे तक यहाँ पे बैठ के आपका बाजा बजाना। जी प्रोग्राम साडा हैगा जनाब धमाल ते आओ ते धमालां ही पाओ। ਗੱਲ ਮੈਂ ਕਰ ਰਿਹਾ ਸ਼ਰੀਕਾਂ ਦੇ ਉੱਤੇ। ਸ਼ਰੀਕ ਹੁੰਦੇ ਨਿੱਕੇ ਨਿੱਕੇ, ਮਤਲਬ ਇਹ ਨਹੀਂ ਹੁੰਦਾ ਕਿ ਸ਼ਰੀਕ ਉਹੀ ਹੁੰਦੇ ਸਾਰੇ ਵੀ ਜਿਹੜੇ ਤੁਹਾਡੇ ਰਿਸ਼ਤੇਦਾਰ ਹੁੰਦੇ, ਕੋਈ ਨਹੀਂ, ਉਹ ਭਰਾ ਹੁੰਦੇ ਸਾਰੇ, ਹਾਂਜੀ ਭੈਣਾਂ ਭਰਾ ਹੀ ਹੁੰਦੇ, ਮਗਰ ਸ਼ਰੀਕ ਨਿੱਕੇ ਨਿੱਕੇ ਕੰਮ ਦੇ ਉੱਤੇ ਸਾਰੇ ਹੀ ਹੁੰਦੇ ਆ। ਮਤਲਬ ਜਿਹੜਾ ਤੁਹਾਡਾ ਕਿਸੇ ਵੀ ਗਿਲੇ ਸ਼ਿਕਵੇ ਦਾ ਸ਼ਰੀਕ ਆ ਉਹ ਸ਼ਰੀਕ ਆ, ਜਿਹੜਾ ਤੁਹਾਡੇ ਕਿਸੇ ਕੰਮ ਦਾ ਸ਼ਰੀਕ ਆ ਉਹ ਸ਼ਰੀਕ ਆ। ਅਤੇ ਸ਼ਰੀਕਾਂ ਨੂੰ ਮਾੜੀ ਚੰਗੀ ਚੋਪ ਤਲਾਣੀ ਫਿਰ ਹਰ ਬੰਦੇ ਦਾ ਕੰਮ ਆ। ਤਾਂ ਫੈਸਲਾਬਾਦੀ ਅਤੇ ਇਸ ਗੱਲ ਦੇ ਵਿੱਚ ਮਾਸ਼ਾਅੱਲਾ ਵੀ ਇੰਨੇ ਖੁਦ ਕਫੀਲ ਆ, ਤੁਹਾਨੂੰ ਮੈਂ ਕੀ ਦੱਸਾਂ। ਯਾਨੀ ਜੁਗਤ ਮਾਰਨ ਦੇ ਵਿੱਚ ਵੀ ਇੱਕ ਦੂਸਰੇ ਨਾਲ ਤੋਂ ਅੱਗੇ ਵਧਣਾ ਚਾਹ ਰਹੇ ਹੁੰਦੇ। ਔਰ ਇਸ ਲੈਵਲ ਦੀ ਫਿੱਕੀ ਜੁਗਤ ਸਾਡੇ ਫੈਸਲਾਬਾਦ ਦੇ ਵਿੱਚ ਉਗਦੀ ਆ ਕਿ ਤੁਹਾਡੀ ਸੋਚ ਆ ਹਰ ਗਲੀ ਮੁਹੱਲੇ ਵਿੱਚ ਇੰਨੇ ਕੁ ਫਿੱਕੇ ਨੇ ਨਾ ਕਿ ਬਸ ਅਖੀਰ ਹੀ ਫਿੱਕੇ ਨੇ। ਮੈਂ ਤੁਹਾਨੂੰ ਕੀ ਦੱਸਾਂ ਕਿਹੜੇ ਭਾਅ 'ਤੇ ਵਿਕਦੀ ਹੈ ਅਤੇ ਕਿੱਦਾਂ ਵਿਕਦੀ ਹੈ। ਹਾਂਜੀ ਇੱਕ ਨਾ ਇੱਦਾਂ ਹੀ ਕੁੜੀ ਮੁੰਡੇ ਦਾ ਵਿਆਹ ਹੋ ਗਿਆ, ਹਾਂਜੀ, ਅਤੇ ਉਹ ਦੋਨੇ ਹੀ ਪਹਿਲੇ ਕਲਾਸ ਫੈਲੋ ਵੀ ਹੁੰਦੇ ਸੀਗੇ। ਅਤੇ ਮੁੰਡਾ ਹੁਣ ਨਾ ਕੁੜੀ ਨੂੰ ਪੁੱਛਦਾ ਬੜਾ ਗਰਵ 'ਚ ਆ ਕੇ, ਬੜਾ ਗਰੂਰ 'ਚ ਆ ਕੇ, ਲੈ ਮੈਂ ਜਿਹੜਾ ਸਵਾਲ ਪੁੱਛਣਾ ਜਵਾਬ ਦੇਣਾ ਹੀ ਨਹੀਂ, ਮੈਨੂੰ ਉਹਨੇ ਉਹ ਸਵਾਲ ਇਹਦਾ ਬਣਦਾ ਹੀ ਨਹੀਂ ਹੈਗਾ ਜਵਾਬ ਦੇਣਾ। ਉਹ ਇੱਦਾਂ ਹੀ ਕਹਿੰਦਾ ਭਈ ਬੇਗਮ ਤੇਰੇ ਵਿਆਹ ਤੋਂ ਪਹਿਲੇ ਕਿੰਨੇ ਫਰੈਂਡ ਸੀਗੇ ਭਲਾ? ਉਹ ਵਿਚਾਰੀ ਚੁੱਪ ਕਰ ਗਈ ਅਤੇ ਹੁਣ ਵਾਹਵਾ ਦੇਰ ਚੁੱਪ ਰਹੀ। ਉਹਨੇ ਫਿਰ ਪੁੱਛਿਆ, ਕਹਿੰਦਾ ਬੇਗਮ ਮੈਂ ਤੈਨੂੰ ਸਵਾਲ ਪੁੱਛਿਆ। ਉਹ ਫਿਰ ਚੁੱਪ ਰਹੀ। ਕਹਿੰਦਾ ਨਹੀਂ ਤੈਨੂੰ ਸਮਝ ਨਹੀਂ ਆਉਣ ਦੀ ਮੈਂ ਤੈਨੂੰ ਕੀ ਕਹਿਣ ਦਿਆਂ ਵਾਂ ਦੱਸ। ਇਹਦਾ ਮਤਲਬ ਆ ਕਿ ਤੇਰਾ ਕੋਈ ਫਰੈਂਡ ਨਹੀਂ ਸੀ? ਅਤੇ ਕੁੜੀ ਅੱਗਿਓਂ ਆਪਣੇ ਖਸਮ ਨੂੰ, ਆਪਣੇ ਹਸਬੈਂਡ ਨੂੰ ਜਾੜਨ ਵਾਸਤੇ, ਸਾੜਨ ਵਾਸਤੇ ਕਹਿੰਦੀ ਹੈ ਵੇ ਟੁੱਟ ਪੈਣੇ ਆ, ਮੈਨੂੰ ਪਹਿਲਾਂ ਗਿਣ ਤੇ ਲੈਣ ਦੇ। ਯਾਨੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਨਿੱਕੀਆਂ ਖੇਡਾਂ ਜਿਹੜੀਆਂ ਮੀਆਂ ਬੀਵੀ ਦੇ ਵਿੱਚ ਵੀ ਹੁੰਦੀਆਂ। ਮੇਰੇ ਕੈਮਰਾਮੈਨ ਸਾਹਿਬ ਜਿਹੜੇ ਪਿੱਛੇ ਇਸ ਵੇਲੇ ਹੈਗੇ, ਉਹਨਾਂ ਦਾ ਨਵਾਂ ਵਿਆਹ ਹੋਇਆ ਸੀ। ਮੈਨੂੰ ਹੁੰਦਾ ਸੀ ਕਿ ਵਿਆਹ ਤੋਂ ਬਾਅਦ ਭਾਈ ਹੁਣੀ ਮੈਨੂੰ ਲੱਭਣਗੇ ਨਹੀਂ। ਅੱਜ ਕੱਲ੍ਹ ਮੈਂ 11 ਵਜੇ ਕਹਿ ਰਿਹਾ ਹੁੰਦਾ ਤੂੰ ਜਾਂਦਾ ਨਹੀਂ ਘਰ, ਕਹਿੰਦਾ ਭਾਈ ਬਸ ਚਲੇ ਜਾਵਾਂਗੇ ਕੋਈ ਨਹੀਂ। ਇਹ ਡਰਦਾ ਘਰ ਨਹੀਂ ਜਾ ਰਿਹਾ। ਕੈਸੀ ਗੱਲ ਹੈ ਯਾਰ, ਨਵਾਂ ਤੇਰਾ ਵਿਆਹ ਪੁੱਤ, ਜਾ ਤੂੰ 7 ਵਜੇ ਚੱਲ ਜਾ ਕਰ, ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਤਾਂ ਕਹਿੰਦਾ ਵਾਂ ਮੇਰਾ ਬੌਸ ਆ, ਤੂੰ ਜਾ ਚੱਲ ਜਾ ਭਾਈ, ਤੂੰ ਇੰਜੋਏ ਕਰ ਜਾ ਕੇ। ਪਰ ਅੱਜ ਕੱਲ੍ਹ ਦੀਆਂ ਕੁੜੀਆਂ ਕਹਿੰਦੀਆਂ ਨੇ ਤੂੰ ਆਦ ਰੱਖ ਕਰ, ਤੈਨੂੰ ਦੱਸਦੀਆਂ ਠਹਿਰ ਜਾ ਜ਼ਰਾ ਯਾਰ, ਇਹਦੀ ਲਿਸਟ ਆ ਨਾ ਇੰਨੀ ਲੰਮੀ ਸਾਰੀ ਪੂਰੀ ਨਾ ਹੋਈ ਤੇ ਤੂੰ ਘਰ ਨਹੀਂ ਆਉਣਾ। ਇਹਦੇ ਮੈਨੂੰ ਹੁਣ ਗੱਲ ਯਾਦ ਆ ਗਈ, ਤੁਹਾਨੂੰ ਦੱਸ ਦਿਓ। ਇੱਕ ਬੁੱਢੀ ਨਾ ਬੇਗਮ ਸਾਹਿਬਾ ਵਿਚਾਰੀ ਨਾ ਕਾਫੀ ਸਾਰੇ ਭਾਂਡੇ ਉਹਦੇ ਕੋਲ ਪਏ ਨੇ ਅਤੇ ਅਖੀਰ ਸਾੜ ਮਾਰਦੀ, ਕਹਿੰਦੀ ਮੇਰੀ ਵੀ ਕੋਈ ਜ਼ਿੰਦਗੀ ਆ, ਅੱਲਾ ਕਰੇ ਕਿ ਆ ਭਾਂਡਿਆਂ ਵਿੱਚ ਕੋਈ ਅੱਲਾ ਦੀਨ ਦਾ ਚਲਾਕ ਨਿਕਲ ਆਵੇ ਅਤੇ ਮੈਂ ਵੀ ਕੋਈ ਜਿੰਨ ਲੈ ਲਵਾਂ ਜਿਹੜੇ ਮੇਰੇ ਸਾਰੇ ਹੀ ਕੰਮ ਕਰ ਦੇਵੇ। ਉਹਦੇ ਕਹਿਣ ਦੀ ਦੇਰ ਸੀ, ਉੱਤੋਂ ਇੱਕ ਵੱਡਾ ਸਾਰਾ ਜਿੰਨ ਨਾਜ਼ਲ ਹੋ ਜਾਂਦਾ। ਡਰ ਗਈ। ਕੀ ਹੋਇਆ? ਕਹਿੰਦਾ ਬੀਬੀ ਗੱਲ ਸੁਣ ਮੇਰੀ, ਬਹੁਤੀਆਂ ਸ਼ੈਵਾਂ ਨਹੀਂ ਮੰਗੀ ਦੀਆਂ। ਮੇਰੇ ਹਿਸਾਬ ਦੇ ਮੁਤਾਬਕ ਤੇਰੇ ਕੋਲ ਆਲਰੇਡੀ ਸਾਡਾ ਇੱਕ ਜਿੰਨ ਹੈਗਾ, ਔਰ ਉਹ ਜਿੰਨ ਕੌਣ ਆ? ਜਿਹੜਾ ਉਹ ਤੇਰਾ ਬੰਦਾ। ਉਹ ਚੱਲੀਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੂੰ ਕੁੱਤੇ ਵਾਂਗੂ ਵਾਹੁੰਦੀ ਹੈ। ਤੂੰ ਹਜੇ ਵੀ ਕਹਿਣ ਨਹੀਂ ਹੈ ਤੈਨੂੰ ਜਿੰਨ ਦੀ ਲੋੜ ਆ। ਆਇੰਦਾ ਫਰਮਾਇਸ਼ ਕਰਨ ਲੱਗਿਆ ਤੇਰਾ ਧਿਆਨ ਕਰਨਾ, ਅਸੀਂ ਤੈਨੂੰ ਕਿਤੇ ਤੇਰੇ ਕੋਲ ਜਿੰਨ ਖੋਹ ਨਾ ਲਈਏ।